ਸਕਾ ਭਰਾ ਹੋਵੇ, ਭੈਣ ਹੋਵੇ, ਪੁੱਤਰ ਵੀ ਹੋਵੇ ਤੁਹਾਡਾ, ਜਿਹਦੇ ਕਬਜ਼ੇ ਤੁਸੀਂ ਜ਼ਮੀਨ ਦਿੱਤੀ ਹੈ, ਯਕੀਨ ਨਾ ਕਰਨਾ ਕਿ ਤੁਹਾਨੂੰ ਵਾਪਸ ਮਿਲੇਗੀ। ਇਹ ਮੈਂ ਆਪਣੇ NRI ਭੈਣ ਭਰਾਵਾਂ ਨੂੰ ਕਹਿ ਰਿਹਾ, ਬਿਲਕੁਲ ਕੋਰੇ ਚਿੱਟੇ ਹੋ ਜਾਓ। ਜੇ ਤੁਸੀਂ ਆਪਣੀ ਜ਼ਮੀਨ ਨਾਲ ਪਿਆਰ ਕਰਦੇ ਹੋ, ਜ਼ਮੀਨ ਬਚਾਉਣੀ ਹੈ, ਉਹਦੇ ਲਈ ਸਾਲ 'ਚ ਫੇਰਾ ਮਾਰੋ। ਪਰ 100 ਤੋਂ ਜ਼ਿਆਦਾ ਕੇਸ ਇਹੋ ਜਿਹੇ ਨੇ ਜਿਹਦੇ 'ਚ ਬਾਹਰ ਗਏ ਬੰਦਿਆਂ ਨੇ ਪੈਸੇ ਕਮਾ ਕੇ ਭੇਜੇ। ਹੁਣ ਇੱਥੇ ਕੀ ਹੁੰਦਾ ਹੈ, ਜਦੋਂ ਇੱਥੇ ਰਜਿਸਟਰੀ पैसा मैंने भेजा, तुसी मेरे भरा जे बाहर गए, सुनील कुमार ने खरीद ली, ऐसा कोई मैकेनिज्म नहीं है बट लंबा है, उदों तक बंदे की उम्र लंघ जाती है कि पुलिस भी इतने कुछ कर सके। कि सब तो पहला किसी को किसी प्रकार की कोई पावर अटॉर्नी नहीं देनी। ठेका भी यहो लिख के दो कि तू सिर्फ बुआई करेगा, कट्टन का अधिकार मैनू तो बोन के वास्ते तेन इन्ने पैसे दे दिते जाएंगे। एक तरह का कॉन्ट्रैक्ट लिखना है ਜਿਹਦੇ ਵਿੱਚ ਇਹ ਸਾਬਤ ਕਰਨਾ ਹੈ ਕਿ ਅਸੀਂ ਉਸ ਬੰਦੇ ਨੂੰ ਠੇਕੇ ਤੇ ਰੱਖਿਆ ਸਿਰਫ ਬੋਣ ਲਈ, ਟੇਕ ਕੇਅਰ ਕਰਨ ਲਈ, ਫਸਲ ਦੀ ਮਾਲਕੀ ਮੇਰੀ ਹੈ। ਇਹ ਕਾਗਜ਼ਾਂ 'ਚ ਲਿਖਣਾ ਹੈ, ਚਾਹੇ ਉਹਨੂੰ ਉਦਾਂ ਦੇ ਛੱਡੋ ਮੂੰਹ ਜ਼ਬਾਨੀ, ਪਰ ਲਿਖਤ 'ਚ ਕੋਈ ਕੰਜੂਸੀ ਨਹੀਂ ਕਰਨੀ। ਪਟਵਾਰੀ ਕੋ ਹਰ ਸਾਲ ਫਰਦ ਜ਼ਰੂਰ ਲਵੇ। ਕਰਦੇ ਕੀ ਨੇ, 7 ਨੰਬਰ ਖਾਨੇ 'ਚ ਖੁਦ ਕਾਸਟ ਲਿਖਵਾ ਦਿੰਦੇ ਨੇ, ਜਾਂ ਜਿਹੜਾ ਕਾਸ਼ਤਕਾਰ ਹੁੰਦਾ ਉਹ ਆਪਣਾ ਨਾਂ ਲਿਖਾ ਦਿੰਦਾ। 5 ਸਾਲਾਂ ਬਾਅਦ ਜਮਾਬੰਦੀ ਬਣਦੀ ਹੈ। ਉਸ ਤੋਂ ਬਾਅਦ ਜੇ ਮੈਂ ਜ਼ਮੀਨ ਲਿੱਤੀ ਹੈ ਠੇਕੇ ਤੇ ਸੁਨੀਲ ਮੱਲਨ ਦਾ ਨਾਂ ਤੁਰਨਾ ਸ਼ੁਰੂ ਹੋ ਜਾਂਦਾ ਹੈ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਅਸੀਂ ਅੱਜ ਉਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ। ਸਾਡੇ ਭਰਾ ਜਿਹੜੇ ਵਿਦੇਸ਼ਾਂ 'ਚ ਬੈਠੇ ਹੋਏ ਨੇ, ਆਪਣੀਆਂ ਜ਼ਮੀਨਾਂ ਠੇਕੇ ਤੇ ਦਿੰਦੇ ਨੇ, ਜਿਹੜੇ ਘਰ ਕਿਰਾਏ ਤੇ ਦਿੰਦੇ ਨੇ। ਅਜਿਹੀਆਂ ਅੱਜ ਅਸੀਂ ਦੇਸ਼ ਦੇ ਵਿੱਚ ਵੀ ਗੱਲ ਕਰੀਏ, ਜਾਂ ਅਸੀਂ ਦਿੱਲੀ ਵਿੱਚ ਗੱਲ ਕਰੀਏ, ਜਾਂ ਕਿਤੇ ਵੀ ਅਸੀਂ ਬਾਹਰ ਬੈਠੇ ਹਾਂ ਤਾਂ ਆਪਣੀਆਂ ਜ਼ਮੀਨ ਜਿਹੜੀਆਂ ਹੈਗੀਆਂ ਨੇ ਠੇਕੇ ਤੇ ਦੇ ਦਿੰਦੇ ਆ। ਪਰ ਉਹ ਜ਼ਮੀਨਾਂ ਜਿਹੜੀਆਂ ਠੇਕੇ ਦਿੱਤੀਆਂ ਹੁੰਦੀਆਂ ਨੇ, ਕੀ ਉਹ ਸੇਫ ਹੈਗੀਆਂ ਨੇ? ਜਦੋਂ ਸਾਡੇ ਰੋਲੇ ਛਿੜ ਜਾਂਦੇ ਨੇ, ਜ਼ਮੀਨਾਂ ਦੀ ਜਮਾਬੰਦੀਆਂ ਨੂੰ ਲੈ ਕੇ ਰੋਲੇ ਛਿੜ ਜਾਂਦੇ ਨੇ, ਇਕਰਾਰਨਾਮੇ ਨੂੰ ਲੈ ਕੇ ਛਿੜ ਜਾਂਦੇ, ਤਾਂ ਉਸ ਸਮੇਂ ਵੱਡੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ। ਇਸ ਗੰਭੀਰ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਸੀਨੀਅਰ ਐਡਵੋਕੇਟ ਸੁਨੀਲ ਕੁਮਾਰ ਮੱਲਨ ਜੀ ਹੈਗੇ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਹਮਦਰਦ ਟੀਵੀ ਤੇ। ਸਤਿ ਸ੍ਰੀ ਅਕਾਲ ਜੀ, ਤੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਹੈ ਜੀ। ਮੱਲਨ ਜੀ, ਆਪਾਂ ਸਭ ਤੋਂ ਬਹੁਤ ਗੰਭੀਰ ਵਿਸ਼ਾ ਹੈਗਾ ਅੱਜ ਦੀ ਦੌੜ ਬਾਹਰ ਵੱਲ ਜਿਹੜੀ ਜਾ ਰਹੀ ਹੈ, ਤੇ ਬੱਚੇ ਇੱਥੇ ਖੇਤੀ ਨਹੀਂ ਕਰਨਾ ਚਾਹੁੰਦੇ ਤੇ ਮਾਪੇ ਬਾਹਰ ਬੈਠੇ ਜਿਹੜੀਆਂ ਜ਼ਮੀਨਾਂ ਆਪਣੇ ਭਰਪੀ ਤੋਂ ਤੇ ਦੇ ਦਿੰਦੇ ਨੇ, ਆਪਣੇ ਘਰ ਕਿਰਾਏ ਤੇ ਦੇ ਦਿੰਦੇ ਨੇ। ਚਾਹੇ ਦਿੱਲੀ ਦੀ ਗੱਲ ਕਰੀਏ, ਚਲੋ ਕਿਤੇ ਵੀ ਬੈਠੇ ਹੋਏ ਲੋਕ ਹੈਗੇ ਨੇ। ਉਹ ਸਾਡੇ ਬਜ਼ੁਰਗਾਂ ਦੀ ਕਹਾਵਤ ਹੈ, ਪੈਸਾ ਉਹ ਜਿਹੜਾ ਪੱਲੇ ਜੀ, ਤੇ ਅੱਗੋਂ ਬਾਕੀ ਸਾਰੇ ਸਮਝ ਗਏ ਨੇ। ਜੀ। ਅੱਜ ਮੈਂ ਜੋ ਕੋਰਟ 'ਚ ਰਹਿ ਕੇ ਜਿੰਨਾ ਮੇਰਾ ਇਸ ਵਿਸ਼ੇ ਨੂੰ ਲੈ ਕੇ ਮਨ ਨੈਗੇਟਿਵ ਹੈ, ਜੀ, ਅੱਜ ਮੈਂ ਪਹਿਲਾਂ ਆਪਣੀ ਨੈਗੇਟਿਵਿਟੀ ਬਾਹਰ ਕੱਢੂੰਗਾ। ਉਹ ਨੈਗੇਟਿਵਿਟੀ ਇਹ ਕਿ ਸਕਾ ਭਰਾ ਹੋਵੇ, ਭੈਣ ਹੋਵੇ, ਪੁੱਤਰ ਵੀ ਹੋਵੇ ਤੁਹਾਡਾ, ਜਿਹਦੇ ਕਬਜ਼ੇ ਤੁਸੀਂ ਜ਼ਮੀਨ ਦਿੱਤੀ ਹੈ, ਯਕੀਨ ਨਾ ਕਰਨਾ ਕਿ ਤੁਹਾਨੂੰ ਵਾਪਸ ਮਿਲੇਗੀ। ਇਹ ਮੈਂ ਆਪਣੇ NRI ਭੈਣ ਭਰਾਵਾਂ ਨੂੰ ਕਹਿ ਰਿਹਾ, ਬਿਲਕੁਲ ਕੋਰੇ ਚਿੱਟੇ ਹੋ ਜਾਓ। ਜੇ ਤੁਸੀਂ ਆਪਣੀ ਜ਼ਮੀਨ ਨਾਲ ਪਿਆਰ ਕਰਦੇ ਹੋ, ਜ਼ਮੀਨ ਬਚਾਉਣੀ ਹੈ, ਉਹਦੇ ਲਈ ਸਾਲ 'ਚ ਫੇਰਾ ਮਾਰੋ। ਨੁਕਤੇ ਕੀ ਨੇ ਕਾਨੂੰਨੀ ਉਹ ਮੈਂ ਦੱਸਾਂਗਾ ਹੁਣੇ, ਬਟ ਇਹੋ ਜਿਹੇ ਵੇਖੇ ਜੀ। 3 ਭਰਾ ਸੀ, ਇੱਕ ਬਾਹਰ ਚਲ ਗਿਆ, ਉਹਨੇ ਪੈਸੇ ਕਮਾਏ, ਇੰਡੀਆ ਭੇਜੇ, ਉਹਦੇ ਬਦਲੇ ਬਾਕੀ 2 ਭਰਾਵਾਂ ਨੇ ਇੱਥੇ ਆਪਣੇ ਨਾਂ ਤੇ ਉਹਦੇ ਪੈਸੇ ਭੇਜਣ ਨਾਲ ਆਪਣੇ ਨਾਂ ਤੇ ਜ਼ਮੀਨ ਲਈ। ਔਰ ਮੇਰਾ ਉਹ ਵੀਰ ਜਿਹੜਾ NRI ਸੀ, ਉਹਦੀ ਵੀ ਸਟੋਰੀ ਸੁਣਾਉਣਾ ਥੋੜੀ ਜਿਹੀ, ਤੁਹਾਡੇ ਰੌਂਗਟੇ ਖੜੇ ਹੋਣਗੇ। ਜ਼ਮੀਨ ਲੈਣ ਤੋਂ ਬਾਅਦ ਉਹ ਜਦੋਂ ਇੰਡੀਆ ਆਇਆ, ਉਹਨੂੰ ਕੁੱਟਿਆ ਗਿਆ, ਵੱਢਿਆ ਗਿਆ, ਵੱਢਣ ਤੋਂ ਬਾਅਦ ਉਹਦੇ 'ਤੇ ਕਤਲ ਦਾ ਕੇਸ ਪਾਇਆ ਗਿਆ। ਅੱਜ 5.5 ਸਾਲ ਤੋਂ ਜੇਲ੍ਹ ਕੱਟੀ ਉਸ ਵੀਰ ਨੇ, ਤੇ 12 ਸਾਲ ਤੋਂ ਇੰਡੀਆ ਦੀਆਂ ਕੋਰਟ ਕਚਹਿਰੀਆਂ 'ਚ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਇੰਦੌਰਾ, ਹਿਮਾਚਲ 'ਚ, ਫਿਰ ਨੂਰਪੁਰ, ਧਰਮਸ਼ਾਲਾ, ਸੁਪਰੀਮ ਕੋਰਟ ਤੇ ਹਾਈ ਕੋਰਟ, ਸੁਪਰੀਮ ਕੋਰਟ ਦਿੱਲੀ, ਹਾਈ ਕੋਰਟ ਪੰਜਾਬ, ਹਰਿਆਣਾ ਤੇ ਹਿਮਾਚਲ, ਇਹ ਸਾਰੀਆਂ ਕੋਰਟਾਂ 'ਚ ਪਿਛਲੇ 12 ਸਾਲ ਤੋਂ ਕੇਸ ਲੜ ਰਿਹਾ, ਸਿਰਫ ਇਹ ਦੱਸਣ ਲਈ ਕਿ ਮੈਂ ਸੱਚਾ। ਤੇ ਗਲਤੀ ਉਸ ਵੀਰ ਨੇ ਕੀ ਕੀਤੀ, ਗਲਤੀ ਦੱਸਣੀ ਬੜੀ ਜ਼ਰੂਰੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵਿਸ਼ਵਾਸ। ਮੈਂ ਕਹਿੰਦਾ ਆਪਣੀ ਉਂਗਲ ਤੇ ਵੀ ਨਹੀਂ ਕਰਨਾ, ਕਿਉਂਕਿ ਇਹ ਵੀ ਕਿਸੇ ਵੇਲੇ ਗਲਤ ਸਾਈਨ ਕਰ ਦਿੰਦੀ ਹੈ। ਇੰਨੇ ਸਖਤ ਰਹਿਣਾ। ਉਹਨੇ ਸਿਰਫ ਵਿਸ਼ਵਾਸ ਕੀਤਾ, ਪਹਿਲਾਂ ਭਰਾ ਨੂੰ ਪੈਸੇ ਭੇਜੇ ਉੱਥੋਂ, ਕਿਹਾ ਕਿ ਆਪਣੇ ਡੈਡੀ ਦੇ ਨਾਂ ਤੇ ਜ਼ਮੀਨ ਲੈ, ਡੈਡੀ ਦੇ ਨਾਂ ਤੇ ਫੈਕਟਰੀ ਲਾਉਣੀ ਆ ਆਪਾਂ। ਉਹਨਾਂ ਦੇ ਡੈਡੀ ਦਾ ਨਾਂ ਸਰਦਾਰ ਕਰਤਾਰ ਸਿੰਘ, ਮੈਂ ਭਾਜੀ ਦਾ ਨਾਮ ਵੀ ਹੁਣ ਦੱਸੂਗਾ, ਵੀ ਜ਼ਮੀਨ ਲੈਣੀ ਹੈ। ਭਰਾ ਦੀ ਨੀਤ ਮਾੜੀ ਹੋਈ, ਜ਼ਮੀਨ ਉਹਨੇ ਆਪਣੀ ਵਾਈਫ ਦੇ ਨਾਂ ਤੇ ਲੈ ਲਈ। ਜਦੋਂ ਭਰਾ ਨੇ ਕਿਹਾ ਨਹੀਂ ਜੀ ਇੱਦਾਂ ਹੋ ਗਿਆ ਜੀ, ਉੱਦਾਂ ਹੋ ਗਿਆ ਜੀ, ਜਦ ਕਿ ਜੇ ਫਾਦਰ ਦੇ ਨਾਂ ਤੇ ਵੀ ਲੈਂਦਾ ਤਾਂ ਸਾਨੇ 'ਚ ਵੰਡੀ ਜਾਣੀ ਸੀ, ਪਰ ਫਿਰ ਵੀ ਉਹਨੇ ਆਪਣੇ ਵਾਈਫ ਦੇ ਨਾਂ ਤੇ ਲੈ ਲਈ। ਫਿਰ ਫੈਕਟਰੀ ਆਪਣੀ ਵਾਈਫ ਦੇ ਨਾਂ ਤੇ ਲੱਗ ਗਈ, ਪਾਵਰ ਅਟਾਰਨੀ ਵਾਈਫ ਦੇ ਨਾਂ ਤੇ ਬਣ ਗਿਆ। ਭਰਾ ਇਸੇ ਗੱਲੋਂ ਰੋਂਦਾ ਰਿਹਾ ਕਿ ਯਾਰ ਮੈਂ ਤੈਨੂੰ ਲੱਖਾਂ ਕਰੋੜਾਂ ਰੁਪਏ ਭੇਜ ਰਿਹਾ, ਤੂੰ ਕੀ ਕਰ ਰਿਹਾ। ਉੱਥੇ ਸਿਰਫ ਇੱਕ ਵਿਸ਼ਵਾਸ, ਪਾਵਰ ਅਟਾਰਨੀ ਬਣਾ ਲਈ। ਉਹਦੇ ਤੋਂ ਵਿਸ਼ਵਾਸ ਤੋਂ ਜਦੋਂ ਉਹਨੂੰ ਧੱਕਾ ਲੱਗਾ, ਉੱਥੋਂ ਬਚਣ ਲਈ ਉਹ ਪਰੇਸ਼ਾਨ ਕਿਸੇ ਢਾਬੇ ਤੇ ਬੈਠਾ ਸੀ। ਇੱਥੋਂ ਦੇਖੋ ਟਵਿਸਟ ਕਿੱਡਾ ਵੱਡਾ। ਜਦੋਂ ਢਾਬੇ ਤੇ ਬੈਠਾ ਸੀ, ਉਹ ਢਾਬੇ ਵਾਲਾ ਬੰਦਾ ਉਹ
ਉਹ ਉਸ ਤੋਂ ਵੱਡਾ ਅਲੀ ਬਾਬਾ ਸੀ ਤੇ ਉਸ ਬੰਦੇ ਨੇ ਕਿਹਾ ਲੈ ਗੱਲ ਹੀ ਕੋਈ ਨਹੀਂ ਭਾਜੀ, ਤੁਸੀਂ ਬਾਹਰ ਚੱਲ ਜਾਣਾ, ਮੈਂ ਤੁਹਾਡਾ ਸਭ ਧਿਆਨ ਰੱਖਾਂਗਾ। ਕਚਹਿਰੀ ਲੈ ਜਾਂਦਾ, ਕਚਹਿਰੀ ਜਾ ਕੇ ਇੱਕ ਪਾਵਰ ਅਟਾਰਨੀ ਬਣਾਉਂਦਾ ਆਪਣੇ ਨਾਂ ਦੀ, ਤੇ ਸੇਮ ਡੇਟ ਸੇਮ ਟਾਈਮ ਤੇ ਆਪਣੀ, ਮੈਂ ਸ਼ਬਦ ਨਹੀਂ ਵਰਤਣਾ, ਉਹਦੀ ਵਾਈਫ ਨਹੀਂ ਹੈਗੀ, ਹੁਣ ਉਹਨੂੰ ਆਪਾਂ ਪੰਜਾਬੀ 'ਚ ਰਖੇਲ ਕਹੀਏ ਜਾਂ ਕੁਝ ਹੋਰ ਕਹੀਏ, ਉਹਦੇ ਨਾਂ ਦੀ ਉਹ ਸੇਲ ਡੀਡ ਬਣਾ ਦਿੰਦਾ ਜਾਲੀ। ਉਸ ਤੋਂ ਬਾਅਦ ਅਟੈਕ ਕਰਦਾ, ਉਹਦੀਆਂ ਫੈਕਟਰੀਆਂ ਵੇਚ ਦਿੰਦਾ, ਕਈ ਕੁਝ ਕਰਦੇ ਨੇ। ਸੋ ਉਹ ਸਾਰੇ ਗੇਮ ਦੇ ਪਿੱਛੇ ਇੱਕੋ ਵਿਸ਼ਵਾਸ ਹੈ, ਉਹਦੇ ਲਈ 12.5 ਸਾਲ ਭੁਗਤ ਰਹੇ। ਵਿਸ਼ਵਾਸ 'ਚ ਉਹਨਾਂ ਨੇ ਕੀਤਾ ਕਿ ਉਹਦੇ ਤੋਂ ਬਚਣ ਲਈ, ਭਰਾ ਤੋਂ ਬਚਣ ਲਈ ਇੱਕ ਸਿਰਫ ਪਾਵਰ ਅਟਾਰਨੀ ਬਣਾਈ। ਹੁਣ ਪਾਵਰ ਅਟਾਰਨੀ ਕਿਵੇਂ ਬਣਾਈ ਜਾਵੇ, ਉਹਦੇ 'ਚ ਕਿਹੜੇ ਕਿਹੜੇ ਹੱਕ ਦੂਤ ਰੱਖੇ ਜਾਣ, ਕਿਹੜੇ ਖੋਏ ਜਾਣ, ਕਿੰਨਾ ਬਾਰੇ ਨਾ ਲਿਖੀ ਜਾਵੇ ਕਿ ਸੁਨੀਲ ਕੁਮਾਰ ਨੂੰ ਇਸ ਕੰਮ ਦਾ ਮੇਰੀ ਪ੍ਰਾਪਰਟੀ ਤੇ ਅਧਿਕਾਰ ਨਹੀਂ ਹੈ, ਇਹ ਲਿਖਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪਾਵਰ ਅਟਾਰਨੀ ਬਣਵਾਉਂਦੇ ਹਾਂ, ਇਹ ਮੇਰੇ ਐਨਆਰਆਈ ਭੈਣ ਭਰਾ ਗਲਤੀ ਕਰਦੇ ਆ, ਵਿਚਾਰੇ 10ਵੀਂ ਪਾਸ ਇੱਕ ਸਟੈਨੋ ਕੋਲ, ਜਿਹਦੇ ਕੋਲ ਇੱਕ ਵਕੀਲ ਆਲਰੇਡੀ ਗਿਆ ਹੁੰਦਾ, ਉਹਨੇ ਲਿਖਾਈ ਹੁੰਦੀ, ਉਹ ਕਹਿੰਦੇ ਭਾਜੀ ਲੈ ਮੱਲਨ ਸਾਹਿਬ ਲਿਖਾ ਕੇ ਗਿਆ, ਕਾਪੀ ਪੇਸਟ ਕਰ ਦਿੰਦੇ ਆ, ਤਾਂ ਹੀ ਬਦਲਨੇ, ਕਰਨਾ ਕੀ ਹੈ। ਨੋ, ਇਸ ਛੋਟੀ ਜਿਹੀ ਪਾਵਰ ਅਟਾਰਨੀ ਤੁਹਾਨੂੰ ਕਿੰਨੀ ਦੂਰ ਲਿਜਾ ਸਕਦੀ ਹੈ। ਮੇਰੇ ਉਸ ਵੀਰ ਸਰਦਾਰ ਬਲਜਿੰਦਰ ਸਿੰਘ ਦੇ ਕਤਲ ਦਾ ਝੂਠਾ ਕੇਸ ਵੀ ਪਿਆ, ਉਹ 5.5 ਸਾਲ ਜੇਲ੍ਹ ਵੀ ਕੱਟੀ ਉਹਨਾਂ ਨੇ। ਅੱਜ ਅਸੀਂ ਉਸ ਮੁਕੱਦਮੇ ਨੂੰ ਲੜ ਰਹੇ ਹਾਂ, ਮਾਰਨ ਵਾਲਾ ਕੋਈ ਹੋਰ, ਪਲੈਨਿੰਗ ਕਰਨ ਵਾਲਾ ਹੋਰ, ਸਾਰਾ ਕੁਝ ਚੱਲ ਰਿਹਾ। ਉਹ ਵੀ ਆਪਾਂ ਪੂਰਾ ਕੇਸ ਉਹਨਾਂ ਦਾ ਆਪਣੇ ਮੀਡੀਆ ਤੇ ਲੈ ਕੇ ਆਉਂਦੇ। ਇੱਕ ਸਵਾਲ ਹੈਗਾ ਫਿਰ ਇੱਥੇ ਕਾਨੂੰਨੀ ਕੀ ਹੈਗਾ, ਸਾਰੀ ਉਹ ਚੀਜ਼ ਡੀਪਲੀ ਦੱਸੋ, ਕਿਉਂਕਿ ਅਸੀਂ ਕਿਸੇ ਵੀ ਭਰਾ ਦਾ ਜਿਹੜਾ ਹੈਗਾ ਆਉਣ ਵਾਲਾ ਸਮਾਂ ਜਿਹੜਾ ਹੈਗਾ, ਕਿਉਂਕਿ ਲਗਾਤਾਰ ਦੌੜ ਬਾਹਰ ਦੀ ਹੈਗੀ, ਪਰ ਜ਼ਮੀਨਾਂ ਨੂੰ ਕਿਵੇਂ ਸਾਂਭਿਆ ਜਾਵੇ, ਘਰਾਂ ਨੂੰ ਕਿਵੇਂ ਸਾਂਭਿਆ ਜਾਵੇ। ਹਾਂ, ਤੁਸੀਂ ਟੌਪਿਕ ਐਡਾ ਕੁ ਵੱਡਾ ਛੇੜ ਰਿਹਾ ਕਿ ਮੈਂ 2 ਦਿਨ ਇਸ ਟੌਪਿਕ ਤੇ ਬੋਲ ਸਕਦਾ, ਜਿੱਡਾ ਕਿ ਮੇਰੇ ਕੋਲ ਮਟੀਰੀਅਲ, ਜਿੰਨੇ ਕੁ ਲੋਕ ਮੇਰੇ ਕੋਲ ਸੱਜਣ ਹੋਏ ਨੇ। ਸਭ ਤੋਂ ਪਹਿਲਾਂ ਜ਼ਰੂਰੀ ਕੰਮ ਕੀ ਹੈ ਕਿ ਸਭ ਤੋਂ ਪਹਿਲਾਂ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਪਾਵਰ ਅਟਾਰਨੀ ਨਹੀਂ ਦੇਣੀ। ਜੇ ਦੇਣੀ ਹੈ, ਉਹਦੇ 'ਚ ਅਧਿਕਾਰ ਜਿਹੜੇ ਨਹੀਂ ਦੇਣ ਵਾਲੇ ਉਹ ਲਿਖਾਉਣੇ ਆ, ਤੇ ਕਿਸੇ ਵਕੀਲ ਸਾਹਿਬ ਕੋਲ ਜਾਣਾ ਹੈ, ਕਿਸੇ ਸਟੈਨੋ ਕੋਲ, ਕਿਸੇ ਟਾਈਪਿਸਟ ਕੋਲ ਨਹੀਂ ਜਾਣਾ, ਤੇ ਉਹਨਾਂ ਕੋਲ ਇਕੱਲਿਆਂ ਜਾਣਾ ਹੈ, ਦੂਜੇ ਬੰਦੇ ਨੂੰ ਨਾਲ ਨਹੀਂ ਖੜਨਾ। ਔਰ ਉਸ ਤੋਂ ਬਾਅਦ ਗੱਲਾਂ ਉਹਨਾਂ ਨੂੰ ਦੱਸਣੀਆਂ। ਫਿਰ ਉਸ ਤੋਂ ਬਾਅਦ ਹਲੇ ਇੱਥੇ ਨਹੀਂ ਹੈ, ਫਿਰ ਕਈ ਐਸੀਆਂ ਜ਼ਮੀਨਾਂ ਨੇ ਜਿਹੜੀਆਂ ਸਾਡੇ ਬਜ਼ੁਰਗਾਂ ਦੀਆਂ ਜ਼ਮੀਨਾਂ ਸੀ, ਸਾਡੇ ਹਿੱਸੇ ਆਉਣੀਆਂ। ਭਰਾ ਇੱਥੇ ਵਾਹੀ ਕਰੀ ਜਾਂਦੇ ਨੇ, ਨਾ ਉਹ ਠੇਕਾ ਦਿੰਦੇ ਨੇ, ਨਾ ਉਹ ਵਿੱਚੋਂ ਦਾਣੇ ਦਿੰਦੇ ਨੇ, ਨਾ ਕੋਈ ਪੈਸਾ ਦਿੰਦੇ ਨੇ। ਔਰ ਮੇਰੇ ਕੋਲ ਇੱਕ ਹੋਰ ਕੇਸ ਹੈਗਾ ਇਹਦੇ ਨਾਲ ਦਾ, ਸਰਦਾਰ ਮੱਖਣ ਸਿੰਘ ਦਾ USA ਤੋਂ, ਉਹਨਾਂ ਨਾਲ ਵੀ ਇਹੋ ਕੁਝ ਹੋਇਆ। ਉਹਨਾਂ ਦੀ ਜ਼ਮੀਨ ਉਹਨਾਂ ਦੇ ਭਰਾਵਾਂ ਨੇ ਠੱਗੀ ਮਾਰ ਲਈ, ਸਭ ਕੁਝ ਕਰ ਲਿਆ। ਇੱਕ ਹੋਰ ਕੇਸ ਹੈਗਾ ਮੇਰੇ ਕੋਲ, ਸ਼ਾਂਤੀ ਦੇਵੀ ਉਰਫ ਸੰਤ ਕੌਰ, ਉਹਨਾਂ ਦਾ ਕੇਸ ਹੈਗਾ, ਉਹਨਾਂ ਦੇ ਭਰਾਵਾਂ ਨੇ ਵੀ। ਮੇਰੇ ਕੋਲ ਘੱਟੋ ਘੱਟ 100 ਤੋਂ ਜ਼ਿਆਦਾ ਕੇਸ ਇਹੋ ਜਿਹੇ ਨੇ ਜਿਹਦੇ 'ਚ ਬਾਹਰ ਗਏ ਬੰਦਿਆਂ ਨੇ ਪੈਸੇ ਕਮਾ ਕੇ ਭੇਜੇ। ਹੁਣ ਇੱਥੇ ਕੀ ਹੁੰਦਾ ਹੈ, ਜਦੋਂ ਇੱਥੇ ਰਜਿਸਟਰੀ, ਪੈਸਾ ਮੈਨੂੰ ਭੇਜਿਆ, ਤੁਸੀਂ ਮੇਰੇ ਭਰਾ ਜੇ ਬਾਹਰ ਗਏ, ਸੁਨੀਲ ਕੁਮਾਰ ਨੇ ਖਰੀਦ ਲਈ, ਐਸਾ ਕੋਈ ਮਕੈਨਿਜ਼ਮ ਨਹੀਂ ਹੈ, ਹੈਗਾ ਹੈ ਬਟ ਲੰਬਾ ਹੈ। ਉਦੋਂ ਤੱਕ ਬੰਦੇ ਦੀ ਉਮਰ ਲੰਘ ਜਾਂਦੀ ਹੈ ਕਿ ਪੁਲਿਸ ਵੀ ਇੱਥੇ ਕੁਝ ਕਰ ਸਕੇ। ਜਾਂ ਤਾਂ ਉਦੋਂ ਹੁੰਦਾ ਕੀ ਸੀ, ਪੁਰਾਣੇ ਜ਼ਮਾਨਿਆਂ 'ਚ ਪੈਸਾ 2 ਨੰਬਰ 'ਚ ਭੇਜਿਆ ਜਾਂਦਾ ਸੀ, ਕਬੂਤਰਬਾਜੀ ਰਾਹੀਂ, ਹਵਾਲੇ ਰਾਹੀਂ, ਕਿ ਤੂੰ ਇੰਡੀਆ ਚੱਲਿਆ, ਮੇਰਾ $2000 ਦੇ ਦੀ, ਮੇਰਾ 3000 ਦੇ ਦੀ। ਉਹ ਇੱਥੇ ਰੁਪਈਏ ਬਣ ਜਾਂਦੇ ਸੀ, ਉੱਥੇ ਜ਼ਮੀਨਾਂ ਵੀ ਉਦੋਂ ਸਸਤੀਆਂ ਸੀ, ਲਈਆਂ ਜਾਂਦੀਆਂ ਸੀ। ਕਰੰਟ ਵੀ ਇਹੋ ਕੁਝ ਹੋ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਯਕੀਨ ਕਿਸੇ 'ਤੇ ਨਹੀਂ ਕਰਨਾ। ਜਿਹੜੇ ਵੀ ਮੇਰੇ ਭੈਣ ਭਰਾਵਾਂ ਦੀ ਜ਼ਮੀਨ ਵਿਸ਼ਵਾਸ ਦੇ ਤੌਰ ਤੇ, ਕਿਸੇ ਤੌਰ ਤੇ ਵੀ ਹੈ, ਤੁਸੀਂ ਉਹਦੇ ਤੇ ਵਿਸ਼ਵਾਸ ਕੀਤਾ ਹੋਇਆ, ਤੁਸੀਂ ਉਹਨੂੰ ਪਰਖ ਕੇ ਤੇ ਵੇਖੋ ਇੱਕ ਵਾਰੀ। ਉਹਨੂੰ ਕੋਈ ਯਾਰ ਐਤਕੀ ਜੇ ਫਾਰਮ ਮੇਰੇ ਨਾਂ ਤੇ ਕਟਾ ਦੇ, ਉਹਦੇ ਉੱਥੇ ਹੱਥ ਪੈਰ ਫੁੱਲ ਜਾਣੇ ਨੇ। ਉਹਨੂੰ ਕਹੋ ਵੀ ਐਤਕੀ ਆਪਾਂ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਹੈ, ਉਹਦੀ ਮੈਂ ਤੁਹਾਨੂੰ ਠੇਕਾ ਲਿਖ ਕੇ ਦੇ ਦੇਣਾ 3 ਸਾਲ ਦਾ। ਸੋ ਪਹਿਲੀ ਗੱਲ ਤਾਂ ਠੇਕਾ ਜਿਹੜਾ ਲਿਖ ਕੇ ਦੇਣਾ, ਤੁਸੀਂ ਲਿਮਟਿਡ ਲਿਖ ਕੇ ਦੇਣਾ, ਤੇ 3 ਸਾਲ ਦਾ 4 ਸਾਲ ਦਾ ਲਿਖ ਕੇ ਦੇਣਾ। ਪਰ ਉਹਦੇ ਵਿੱਚ ਸ਼ਰਤ ਕਿ ਠੇਕਾ ਵੀ ਇਹੋ ਜਿਹਾ ਲਿਖ ਕੇ ਦਿਓ ਕਿ ਤੂੰ ਸਿਰਫ ਬੁਆਈ ਕਰੇਗਾ, ਕੱਟਣ ਦਾ ਅਧਿਕਾਰ ਮੈਨੂੰ, ਤੇ ਬੋਨ ਦੇ ਵਾਸਤੇ ਤੈਨੂੰ ਇੰਨੇ ਪੈਸੇ ਦੇ ਦਿੱਤੇ ਜਾਣਗੇ। ਇੱਕ ਤਰ੍ਹਾਂ ਦਾ ਕੰਟਰੈਕਟ ਲਿਖਣਾ ਜਿਹਦੇ ਵਿੱਚ ਇਹ ਸਾਬਤ ਕਰਨਾ ਕਿ ਅਸੀਂ ਉਸ ਬੰਦੇ ਨੂੰ ਠੇਕੇ ਤੇ ਰੱਖਿਆ ਸਿਰਫ ਬੋਨ ਲਈ, ਟੇਕ ਕੇਅਰ ਕਰਨ ਲਈ, ਫਸਲ ਦੀ ਮਾਲਕੀ ਮੇਰੀ ਹੈ। ਇਹ ਕਾਗਜ਼ਾਂ 'ਚ ਲਿਖਣਾ, ਚਾਹੇ ਉਹਨੂੰ ਉੱਦਾਂ ਦੇ ਛੱਡੋ ਮੂੰਹ ਜ਼ਬਾਨੀ, ਪਰ ਲਿਖਤ 'ਚ ਕੋਈ ਕੰਜੂਸੀ ਨਹੀਂ ਕਰਨੀ। ਬੜੇ ਸਾਫ਼ ਸ਼ਬਦਾਂ 'ਚ ਲਿਖਣਾ ਤਾਂ ਕਿ ਉਹ ਕੱਲ੍ਹ ਨੂੰ ਕੋਰਟ ਜਾਵੇ, ਪੁਲਿਸ ਕੋ ਜਾਵੇ, ਤੇ ਉਹਦੇ ਤੇ ਕਾਰਵਾਈ ਹੋ ਸਕੇ। ਉਹਦੇ 'ਚ ਲਿਖਿਆ ਹੋਊਗਾ ਕਿ ਸੁਨੀਲ ਮੱਲਣ ਬੋ ਸਕਦਾ, ਉਹਦੀ ਦੇਖ ਰੇਖ ਕਰ ਸਕਦਾ ਹੈ, ਖਾਦ ਵੀ ਪਾਏਗਾ, ਉਹਦੇ ਬਦਲੇ ਕਟਾਈ ਨਹੀਂ ਕਰ ਸਕਦਾ, ਉਹਦੇ ਬਦਲੇ ਪੈਸੇ ਸੁਨੀਲ ਮੱਲਣ ਨੂੰ ਹੀ ਮਿਲਣੇ ਆ। ਸੁਨੀਲ ਮੱਲਣ ਦੀ ਮਤਲਬ ਜਿਹੜੀ ਜਾਇਦਾਦ ਹੈ, ਤੁਹਾਡੀ ਜਾਇਦਾਦ ਹੈ, ਤੁਹਾਡੀ ਜਾਇਦਾਦ ਮੈਂ ਟੇਕ ਕੇਅਰ ਕਰ ਰਿਹਾ, ਤੇ ਮੈਨੂੰ ਸਿਰਫ ਕੇਅਰ ਟੇਕਰ ਦਾ ਹੱਕ ਲਿਖ ਕੇ ਦੇਵੇ। ਫਿਰ ਪਟਵਾਰੀ ਕੋ ਹਰ ਸਾਲ ਫਰਦ ਜ਼ਰੂਰ ਲਵੇ। ਕਰਦੇ ਕੀ ਨੇ, 7 ਨੰਬਰ ਖਾਨੇ 'ਚ ਖੁਦ ਕਾਸ਼ਤ ਲਿਖਵਾ ਦਿੰਦੇ ਨੇ, ਜਾਂ ਜਿਹੜਾ ਕਾਸ਼ਤਕਾਰ ਹੁੰਦਾ ਉਹ ਆਪਣਾ ਨਾਂ ਲਿਖਾ ਦਿੰਦਾ। 5 ਸਾਲਾਂ ਬਾਅਦ ਜਮ੍ਹਾਂਬੰਦੀ ਬਣਦੀ ਹੈ। ਉਸ ਤੋਂ ਬਾਅਦ ਜੇ ਮੈਂ ਜ਼ਮੀਨ ਲਿੱਤੀ ਹੈ ਠੇਕੇ ਤੇ ਸੁਨੀਲ ਮੱਲਣ ਦਾ ਨਾਂ ਤੁਰਨਾ ਸ਼ੁਰੂ ਹੋ ਜਾਂਦਾ। ਤੇ ਕਿਸੇ ਵੇਲੇ ਐਡਵਰਸ ਪੋਜੈਸ਼ਨ, ਇੱਕ ਲੀਗਲ ਵਰਡ ਹੈ, ਐਡਵਰਸ ਪੋਜੈਸ਼ਨ ਦੇ ਚੱਕਰ 'ਚ ਵੀ ਜਿਹੜੀਆਂ ਪੇਂਡੂ ਜ਼ਮੀਨਾਂ ਨੇ ਸਾਡੀਆਂ, ਉਹਦੇ ਉੱਤੇ ਮਾਲਕੀ ਵਾਸਤੇ ਹੱਕ ਹਦੂਦ ਜਤਲਾਣੇ ਸ਼ੁਰੂ ਹੋ ਜਾਂਦੇ ਨੇ। ਸੋ ਉਹ
ਕਦੀ ਨਾ ਹੋਣ ਦਿਓ, 2-3 ਸਾਲ ਬਾਅਦ ਆਓ, ਜੇ ਫਾਰਮ ਆਪਣੇ ਨਾਂ ਦਾ, ਆਪਣੇ ਨਾਂ ਦਾ ਜਮਾਬੰਦੀ ਪਟਵਾਰੀ ਕੋ ਚੈੱਕ ਕਰਾਓ। ਔਰ ਜਿਹੜੇ ਬੰਦੇ ਨੂੰ ਵੀ ਤੁਸੀਂ ਠੇਕਾ ਦੇਣਾ ਹੈ, ਐਕਚੁਅਲੀ ਠੇਕਾ ਨਾ ਦਿਓ, ਉਹਨੂੰ ਸਿਰਫ ਫਾਰਮਿੰਗ ਕਰਨ ਦਾ, ਬੀਜ ਉਪਜਾਊ ਜ਼ਮੀਨ ਉਪਜਾਊ ਰੱਖਣ ਵਾਸਤੇ ਖੇਤੀ ਕਰਨ ਦਾ ਅਧਿਕਾਰ ਦਿਓ, ਵੱਢਣ ਦਾ ਅਧਿਕਾਰ ਨਹੀਂ ਦੇਣਾ। ਉਹਦੇ ਨਾਲ ਤੁਹਾਡੀ ਜ਼ਮੀਨ ਬਚੀ ਰਹੂਗੀ। ਜਿਹੜੇ ਤੁਸੀਂ ਪਛੜਿਆਂ 'ਚ ਬਾਅਦ 'ਚੋਂ ਪੈਣਾ ਹੈ, ਉਹਨੂੰ ਕਹੋ ਜੀ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ, ਤੈਨੂੰ ਮੈਂ ਆਪਣੀ ਜ਼ਮੀਨ ਦੇਣ ਦਿਆਂ, ਤੇ ਤੈਨੂੰ ਜੇ ਮੇਰੇ ਤੇ ਵਿਸ਼ਵਾਸ ਨਹੀਂ, ਤੂੰ ਰਹਿਣ ਦੇ। ਕਿਸੇ ਸਮੇਂ ਦੇ ਸਮੇਂ ਜੇ ਫਾਰਮ ਹੀ ਲੈਂਦੇ ਹੋ, ਜਿਹੜੀਆਂ ਟੈਕਨੀਕਲ ਜਿਹੜੀ ਇਨਕਮ ਦੇ ਜਿਹੜੇ ਹੈਗੀ, ਜਿਹੜੇ ਆਪਾਂ ਦਿਖਾ ਸਕੀਏ, ਮਤਲਬ ਉਹ ਚੀਜ਼ਾਂ ਲੈਂਦੇ ਰਹਿਣਾ ਚਾਹੀਦਾ ਹੈ। ਬਿਲਕੁਲ ਸਰਕਾਰੀ ਰਿਕਾਰਡ 'ਚ ਤੁਹਾਡਾ ਹੀ ਨਾਂ ਬੋਲਣਾ ਚਾਹੀਦਾ। ਜੇ ਤੁਸੀਂ 4 ਭੈਣ ਭਰਾ ਜੇ ਤੇ ਚਾਰੋਂ ਭੈਣ ਭਰਾ ਦੇ ਨਾਂ ਤੇ ਇੰਤਕਾਲ ਬੋਲਣੇ ਚਾਹੀਦੇ ਨੇ। ਉਹਦੇ ਵਿੱਚੋਂ ਵੀ ਆਪਣੀ ਵੰਡ ਕਰੋ, ਕੋਈ ਲਿਹਾਜ਼ ਨਹੀਂ ਵੀ ਚੱਕ ਹੈਗਾ ਵੱਡਾ, ਉਹਦੇ ਵਿੱਚੋਂ ਭਾਜੀ ਆ ਤੁਹਾਡਾ ਮੇਰਾ, ਤੁਸੀਂ ਮੈਨੂੰ ਛੋਟਾ ਪਾਸਾ ਦੇ ਦਿਓ ਪਰ ਮੈਨੂੰ ਪਤਾ ਹੋਵੇ ਆਹ ਮੇਰਾ ਰਸਤਾ ਲੱਗਦਾ, ਆਹ ਮੇਰਾ ਖੂਹ ਹੈ ਤੇ ਮੈਨੂੰ ਖੂਹ ਦਾ ਪਾਣੀ ਮਿਲੂਗਾ ਜਾਂ ਮੋਟਰ ਲੱਗੀ ਹੈ। ਉਹ ਜੋ ਵੀ ਪ੍ਰੋਵੀਜ਼ਨਸ ਨੇ ਉਹ ਪ੍ਰੋਪਰਲੀ ਲਿਖੀਆਂ ਜਾਣ, ਤੇ ਉਹਦੇ ਵਿੱਚ ਇੱਕ ਜੁਰਮਾਨੇ ਦੀ ਕਲੌਜ਼ ਵੀ ਲਿਖੀ ਜਾਵੇ ਕਿ ਜੇ ਮੈਨੂੰ ਮੇਰਾ ਭਰਾ ਇਸ ਤਰੀਕ ਨੂੰ ਪਾਣੀ ਨਹੀਂ ਦਿੰਦਾ ਇਹ ਤਰੀਕਾਂ 'ਚ ਮੇਰੀ ਖੇਤੀ ਲਈ, ਤੇ ਇੰਨੇ ਜੁਰਮਾਨੇ ਦਾ ਹੱਕਦਾਰ ਹੋਏਗਾ। ਤੇ ਉਹਦੇ ਵਾਸਤੇ ਕ੍ਰਿਮੀਨਲ ਐਕਟ ਵੀ ਉਹਨਾਂ ਤੇ ਲਾਗੂ ਹੁੰਦਾ ਹੈ, ਕਿਉਂਕਿ 406 ਬ੍ਰੀਚ ਆਫ ਟਰਸਟ, ਕਿਸੇ ਵਿਸ਼ਵਾਸ ਨੂੰ ਵਿਸ਼ਵਾਸਘਾਤ ਕਰਨਾ ਵੀ ਕਾਨੂੰਨਨ ਜੁਰਮ ਹੈ, ਉਹਦੀ ਸਜ਼ਾ ਹੈ, ਠੱਗੀ ਮਾਰਨਾ ਵੀ ਸਜ਼ਾ ਹੈ। ਤਾਂ ਕੱਲ ਨੂੰ ਉਸ ਪ੍ਰੋਵੀਜ਼ਨ 'ਚ ਉਹ ਆਉਂਦਾ ਹੈ। ਮੇਰੇ ਕੋਲ ਬਰਨਾਲੇ ਕੋਲ ਜ਼ਮੀਨ ਹੈ ਮੇਰੇ ਕਲਾਇੰਟ ਦੀ, ਉਹਦੇ ਵਿੱਚ 4 ਕਿੱਲੇ ਪੈਲੀ ਨੂੰ ਮੋਟਰ ਆਪਣੇ ਹਿੱਸੇ ਲੈ ਲਈ, ਪਹਿਲਾਂ ਹੈ ਨਹੀਂ ਸੀ, ਆਪਣੇ ਨਾਂ ਤੇ ਭਰਾ ਨੂੰ ਕਹਿ ਕੇ ਭਾਜੀ ਜਰਾ ਮੋਟਰ ਸ਼ਿਫਟ ਕਰਾਉਣੀ ਹੈ, ਜਰਾ ਕਾਗਜ਼ ਸਾਈਨ ਕਰ ਦਿਓ। ਉਹਨਾਂ ਨੇ ਕਾਗਜ਼ ਸਾਈਨ ਕੀਤੇ। ਹੁਸ਼ਿਆਰਪੁਰ 36 ਏਕੜ ਜ਼ਮੀਨ ਹੈ, ਭਰਾ ਨੇ ਮਾਮੇ ਕੋਲ ਖਰੀਦੀ ਹੋਈ ਹੈ, ਯਾਨੀ ਕਿ ਮੇਰੇ ਕਲਾਇੰਟ ਨੇ। ਉਹਦੇ ਦੂਜੇ ਬੰਦੇ ਨੇ ਇੱਕ ਜਾਲੀ ਰਜਿਸਟਰੀ ਬਣਾ ਕੇ PSPCL ਮਹਿਕਮੇ ਨੇ ਗਲਤ ਕਾਗਜ਼ਾਂ ਦੇ ਆਧਾਰ ਤੇ ਉਹਦੇ ਨਾਂ ਤੇ ਮੋਟਰ ਸ਼ਿਫਟ ਕਰਤੀ, ਜਦ ਕਿ ਕੋਈ ਕਾਗਜ਼ ਨਹੀਂ ਸੀ। ਹੁਣ ਮੈਂ NRI ਕਮਿਸ਼ਨ ਦੇ ਥਰੂ ਪਰਚਾ ਕਰਾਇਆ ਉਹਦੇ ਤੇ। ਪਰਚਾ ਕਰਾਉਣ ਤੋਂ ਬਾਅਦ ਫਿਰ ਪੁਲਿਸ ਨਾਲ ਉਹਨੇ ਮਿਲੀ ਭੁਗਤ ਕਰਕੇ ਪਰਚਾ ਖਾਰਜ ਕਰਾਇਆ। ਮੈਂ ਫਿਰ ਦੂਜੀ ਵਾਰੀ ਰੀਇਨਸਟੇਟ ਕਰਾ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਪਚੜੇ ਲੰਬੇ ਨੇ। ਹੁੰਦਾ ਕੀ ਹੈ, ਮੈਂ ਚੋਰ ਹਾਂ, ਮੈਂ 2 ਕਰੋੜ ਦੀ ਠੱਗੀ ਮਾਰੀ ਹੈ ਤੇ 10-20 ਲੱਖ ਰੁਪਏ ਉੱਤੇ ਲਾ ਵੀ ਦਊਂਗਾ ਤੇ ਜਾਣਾ ਕੀ ਹੈ। ਜਿਹਦੀ ਠੱਗੀ ਵੱਜੀ ਉਹ ਤਾਂ ਰੋਣ ਪਿੱਟਣ ਦਿਆ ਕਿ ਮੇਰੇ ਹੱਥੋਂ ਜ਼ਮੀਨ ਵੀ ਚਲ ਗਈ, ਮੇਰੇ ਹੱਥੋਂ ਪੈਸਾ ਵੀ ਚਲ ਗਿਆ। ਪਰ ਜਿਹਨੇ ਮੁਫਤ 'ਚ 2 ਕਰੋੜ ਇਕੱਠਾ ਕਰ ਲਿਆ, ਐਸੀ ਵੀ ਮੇਰੇ ਕੋਲ ਕੇਸ ਆਏ ਕਿ ਜਿਨ੍ਹਾਂ ਨੇ ਜ਼ਮੀਨ ਉਹਦੀ ਪਹਿਲਾਂ ਖੁਰਦ-ਬੁਰਦ ਕੀਤੀ, ਉਹਨੂੰ ਕੋਰਟ ਕੇਸ 'ਚ ਫਸਾਇਆ, ਉਹਨੂੰ ਜੇਲੇ ਭੇਜਿਆ। ਜੇਲ੍ਹ 'ਚ ਜਾਣ ਤੋਂ ਬਾਅਦ ਇੱਕ ਕੇਸ 'ਚ ਉਹਦਾ ਜ਼ਿਕਰ ਕਰ ਰਹੇ ਕਿ ਫਲਾਣੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਬੁਲਾ ਲਓ। ਸਰਪਲਸ ਹੋ ਗਈਆਂ ਵੀ ਕਈ ਵਾਰੀ ਸੁਣਨ ਚ ਆਇਆ, ਜਿਹੜੀਆਂ ਅਸੀਂ ਵੱਖਰਾ ਟੌਪਿਕ ਹੈ। ਪਹਿਲਾਂ ਮੇਰੀ ਗੱਲ ਮੈਨੂੰ ਪੂਰੀ ਕਰਨ ਦਿਓ। ਉਹਨੂੰ ਜੇਲ੍ਹ 'ਚ ਭੇਜਤਾ, ਇੱਕ ਕੇਸ 'ਚ ਉਹਦੇ ਪ੍ਰੋਡਕਸ਼ਨ ਵਾਰੰਟ ਭੇਜੇ ਕਿ ਉਹਨੂੰ ਬੁਲਾ ਲਿਆ ਜਾਵੇ। ਇਸ ਕੇਸ 'ਚ ਕਿਹਾ ਜੀ ਸਾਨੂੰ ਉਹਦੇ ਵੇਅਰ ਅਬਾਊਟ ਹੀ ਨਹੀਂ ਪਤਾ, ਤੇ ਉਦੋਂ ਉਹਦੀ ਐਕਸਪਰਟੀ ਡਿਸੀਜਨ ਲੈ ਕੇ ਉਹਦੀ ਜ਼ਮੀਨ ਵੇਚ ਗਏ। ਜਦੋਂ ਉਹ ਜ਼ਮੀਨ ਵੇਚ ਗਏ ਤੇ ਹੁਣ ਉਹ ਜ਼ਮੀਨ ਅੱਗੇ ਵਿਕ ਚੁੱਕੀ ਹੈ। ਤੇ ਜਦ ਤੱਕ ਸਾਨੂੰ ਪਤਾ ਲੱਗਾ 1070 ਦਿਨ ਦੀ ਡਿਲੇ, ਯਾਨੀ ਕਿ ਮੋਰ ਦੈਨ 3 ਈਅਰ ਦੀ ਡਿਲੇ। ਹੁਣ ਅਸੀਂ ਹਾਈ ਕੋਰਟ 'ਚ RSA ਲਾਈ ਹੈ, ਉਹਦੇ ਵਿੱਚ ਡਿਲੇ ਦੱਸੀ ਹੈ ਕਿ ਮੈਂ 5.5 ਸਾਲ ਤੇ ਜੇਲ੍ਹ 'ਚ ਸੀ, ਉਹਦੇ ਵਿੱਚੋਂ ਮੈਨੂੰ ਇੰਨੀ ਦੇਰ ਲੱਗ ਗਈ ਐਂਡ ਮੋਸਟ ਲਾਈਕਲੀ ਸਕਸੀਡ। ਪਰ ਇਹਦੇ 'ਚ ਕੌਨਸੀਕੁਐਂਸਿਸ ਵੇਖੋ। ਹੁਣ ਜ਼ਮੀਨ ਵਿਕ ਚੁੱਕੀ ਹੈ, ਜਿਨ੍ਹਾਂ ਨੇ ਖਰੀਦੀ ਉਹ ਤੇ ਬੋਨਾਫਾਈਡ ਪਰਚੇਜ਼ਰ ਹੈ, ਉਹ ਕਿੱਧਰ ਜਾਣਗੇ ਵਿਚਾਰੇ। ਉਹ ਹੁਣ ਜਦੋਂ ਠੱਗ ਨੂੰ ਕਹਿਣਗੇ ਕਿ ਤੇਰੇ ਕਰਕੇ ਜ਼ਮੀਨ ਅਸੀਂ ਖਰੀਦੀ ਸੀ, ਤੂੰ ਕਿਹਾ ਸੀ ਸਭ ਕੁਝ ਕਲੀਅਰ ਹੈ, ਹੁਣ ਉਹਦੇ ਗਲ 'ਚ ਰੱਸਾ ਪਾ ਵੀ ਲਓ। ਉਹ ਕਹਿੰਦਾ ਮੇਰੇ ਕੋਲ ਕੁਝ ਨਹੀਂਗਾ, ਮੈਂ ਨਹੀਂ ਦਿੰਦਾ, ਤਾਂ ਕੀ ਕਰ ਲੋਗੇ। ਸੋ ਪਚੜਿਆਂ 'ਚ ਫਸਣ ਤੋਂ ਪਹਿਲਾਂ ਜਿੰਨਾ ਤੁਸੀਂ ਸਤਰਕ ਰਹੋ, ਜਿੰਨੇ ਅਲਰਟ ਰਹੋ, ਉਹਨੇ ਤੁਸੀਂ ਚੰਗੇ ਰਹੋਗੇ। ਤੁਹਾਡੀ ਜਿਹੜੀ ਬਚਾਵ ਹੈ, ਬਚਾਵ 'ਚ ਬਚਾਵ ਹੈ। ਪਾਰੋਟੋਨੀ ਦੇਣ ਲੱਗਿਆ ਪਹਿਲੀ ਗੱਲ ਧਿਆਨ ਰੱਖਣਾ, ਜਦੋਂ ਤੁਸੀਂ ਭਾਈਬੰਦੀ 'ਚ ਵੀ ਕਿਸੇ ਨੂੰ ਪਟਾ ਲਿਖ ਕੇ ਦੇਣਾ, ਕੋਈ ਹੋਰ ਚੀਜ਼ ਲਿਖ ਕੇ ਦੇਣੀ ਹੈ, ਉਹਦੇ 'ਚ ਨਾ ਵਾਲੀਆਂ ਸ਼ਰਤਾਂ ਕਿ ਸੁਨੀਲ ਮੱਲਣ ਇਹ ਨਹੀਂ ਕਰ ਸਕਦਾ, ਸੁਨੀਲ ਮੱਲਣ ਨਹੀਂ ਵੇਚ ਸਕਦਾ, ਸੁਨੀਲ ਮੱਲਣ ਇਹਨੂੰ ਕਿਰਾਏ ਤੇ ਦੇ ਸਕਦਾ ਪਰ ਕਿਰਾਇਆ ਇਕੱਠਾ ਨਹੀਂ ਕਰ ਸਕਦਾ। ਕਿਰਾਇਆ ਇਕੱਠਾ ਕਰ ਸਕਦਾ ਤੇ ਸਿਰਫ ਇਸ ਖਾਤੇ 'ਚ ਜਮ੍ਹਾਂ ਕਰਾਏਗਾ। ਕਿਰਾਏਦਾਰ ਕੋ ਖਾਤਾ ਨੰਬਰ ਦਿਓ, ਆਪਣਾ ਪੱਕੇ 'ਚ ਖਾਤਾ ਲਵੋ। ਅਰਬਨ ਜ਼ਮੀਨਾਂ ਤੇ ਯਾਨੀ ਕਿ ਸ਼ਹਿਰੀ ਜ਼ਮੀਨਾਂ ਦੇ ਉੱਤੇ ਟੋਟਲ ਸਾਲ ਦਾ ਜੋ ਤੁਹਾਡਾ ਕਿਰਾਇਆ ਬਣਦਾ, ਧਿਆਨ ਨਾਲ ਸੁਣ ਲਓ। ਮੰਨ ਲਓ 10,000 ਰੁਪਏ ਮਹੀਨਾ ਕਿਰਾਇਆ, ਸਾਲ ਦਾ ਬਣਿਆ 1,20,000 ਰੁਪਇਆ। 1,20,000 ਦਾ 3% ਬਣਿਆ 3,600 ਰੁਪਇਆ। 3,600 ਦੇ ਵਿੱਚੋਂ 360 ਰੁਪਏ ਹੋਰ ਲਾ ਲਓ, ਮੋਟਾ 4500 ਰੁਪਇਆ ਤੁਹਾਡਾ ਰਜਿਸਟਰੀ ਕਰਾਉਣ ਦਾ, ਉਹਦਾ ਲੀਜ਼ ਡੀਡ ਜਿਹਨੂੰ ਕਹਿੰਦੇ ਆ ਜਾਂ ਰੈਂਟ ਡੀਡ ਬਣਾਉਣ ਦਾ ਖਰਚਾ ਆਉਣਾ। ਤੇ 4500 ਰੁਪਏ ਪਿੱਛੇ ਤੁਸੀਂ ਕਰੋੜਾਂ ਦੀ ਪ੍ਰਾਪਰਟੀ ਬਰਬਾਦ ਕਰ ਲੈਂਦੇ ਹੋ। ਕਿਉਂਕਿ ਜਿਹੜਾ ਪੁਰਾਣਾ ਐਕਟ ਸੀ ਉਹ ਈਸਟ ਪੰਜਾਬ ਐਕਟ ਸੀ, ਉਹਦੇ 'ਚ ਰੈਂਟ ਦਾ ਅਲੱਗ ਪ੍ਰੋਵੀਜ਼ਨ ਸੀ। ਨਵੇਂ ਐਕਟ ਵਿੱਚ ਪ੍ਰੋਵੀਜ਼ਨਸ ਅਲੱਗ ਨੇ। ਸੋ ਉਹ ਪ੍ਰੋਵੀਜ਼ਨਸ ਦਾ ਧਿਆਨ ਰੱਖੋ। ਉਹਦੇ ਵਿੱਚ ਵੀ ਹੱਕ ਦੂਤ ਦਿਓ, ਇਨਸਪੈਕਸ਼ਨ ਲਈ ਕਮਰਾ ਰੱਖੋ, ਇੱਕ ਕਮਰਾ ਆਪਣੇ ਕੋਲ ਰੱਖੋ, ਬੱਤੀ ਪਾਣੀ ਦਾ ਬਿੱਲ ਟਾਈਮ ਸਿਰ ਪੇ ਕਰਾਓ, ਰਸੀਦ ਓਰੀਜਨਲ ਤੇ ਉਹ ਚੀਜ਼ਾਂ ਮੰਗਾਓ। ਜੁਰਮਾਨਾ ਲਿਖੋ ਕਿ ਜੇ ਮੈਨੂੰ ਇਹਦੇ ਕਰਕੇ ਲਿਟੀਗੇਸ਼ਨ ਜਾਣਾ ਪਿਆ, ਉਹਦੇ ਕੋਲ ਲਿਟੀਗੇਸ਼ਨ ਐਕਸਪੈਂਸਿਸ ਦਾ 5 ਲੱਖ ਦਾ ਚੈੱਕ ਲਵੋ, 20 ਲੱਖ ਦਾ ਸਿਕਿਉਰਿਟੀ ਚੈੱਕ ਲਵੋ।
ਇਸ ਤਰ੍ਹਾਂ ਦੇ ਕਈ ਸਾਰੇ ਪ੍ਰੋਵੀਜ਼ਨ ਕਿਰਾਏਦਾਰ ਕੋਲ ਲੈ ਲਓ, ਜਿਹਨੂੰ ਤੁਸੀਂ ਕਰੋੜ ਦੀ ਬਿਲਡਿੰਗ ਜਾਂ 2 ਕਰੋੜ ਦੀ ਬਿਲਡਿੰਗ ਦੇਣੀ ਹੈ, ਉਹਦੇ ਕੋਲ 10 ਲੱਖ ਦਾ ਚੈੱਕ ਨਹੀਂ ਹੈਗਾ, ਔਰ ਉਹ ਲਿਖ ਕੇ ਲਵੋ ਆਪਣੇ ਕਿਰਾਏਨਾਮੇ 'ਚ ਕਿ ਜੇ ਮੈਨੂੰ ਇਹ ਐਕਟੀਵੇਟ ਕਰਨਾ ਪੈ ਗਿਆ, ਇਹਨੂੰ ਮੈਂ ਨੋਟਿਸ ਦਿਆਂਗਾ, ਜੇ ਇਹਨੇ 1 ਮਹੀਨੇ 'ਚ ਖਾਲੀ ਨਾ ਕੀਤਾ ਤੇ ਇਹਦੇ ਤਾਂ 5 ਲੱਖ ਦਾ ਚੈੱਕ ਮੈਂ ਪਾਸ ਕਰਾਉਣ ਦਾ ਅਧਿਕਾਰੀ ਹੋਵਾਂਗਾ। ਸੋ ਤੁਹਾਡੇ ਕੋਲ ਉਹਦਾ ਚੈੱਕ ਬਾਉਂਸ ਹੋਏਗਾ, ਇੱਕ ਤੁਸੀਂ ਚੈੱਕ ਬਾਉਂਸਿੰਗ ਦਾ ਕੇਸ ਲਾਓਗੇ। ਜੇ ਇਹਨੇ ਉਸ ਤੋਂ ਬਾਅਦ ਵੀ ਕਬਜ਼ਾ ਨਾ ਛੱਡਿਆ, ਇੰਨੀ ਤਰੀਕ ਤੱਕ ਮੈਂ 20 ਲੱਖ ਦਾ ਚੈੱਕ ਵੀ ਲਾਉਣ ਦਾ ਅਧਿਕਾਰੀ ਹੋਊਂਗਾ। ਜੇ ਮੇਰੇ ਮਕਾਨ 'ਚ ਕੋਈ ਤੋੜ-ਫੋੜ ਹੋਏਗੀ, ਤੋੜ-ਫੋੜ ਵਾਸਤੇ ਜਿਹੜਾ ਮੈਂ ਇਹਦੇ ਕੋਲ ਚੈੱਕ ਰੱਖਿਆ ਸਿਕਿਉਰਿਟੀ ਵਾਲਾ, ਉਹ ਮੰਨ ਲਓ 3 ਲੱਖ ਰੁਪਏ ਦਾ ਰੱਖਿਆ, ਮੈਂ ਉਹ ਵੀ ਪਾਸ ਕਰਾਉਣ ਦਾ ਅਧਿਕਾਰੀ ਹੋਊਂਗਾ। ਜਦੋਂ ਅਗਲੇ ਦੇ 28-30 ਲੱਖ ਰੁਪਏ ਦਾ ਗਾਜ ਵੱਜਣੀ ਹੈ, ਉਹਦੇ ਤੇ ਪੁਸ਼ਤਾਂ ਵੀ ਖਾਲੀ ਕਰਕੇ ਜਾਣਗੀਆਂ, ਕਿਉਂਕਿ ਟੈਨੈਂਸੀ ਰਾਈਟ ਜਿਹੜੇ ਨੇ ਉਹ ਟੈਕਨੀਕਲੀ ਸਕਸੈਸ਼ਨ 'ਚ ਜਾਂਦੇ ਨੇ। ਮੈਂ ਮਕਾਨ ਕਿਰਾਏ ਤੇ ਲਿਆ, ਮੈਂ ਮਰ ਗਿਆ, ਮੇਰੇ ਬੱਚੇ ਹੱਕਦਾਰ ਨੇ ਉਸ ਟੈਨੈਂਸੀ ਰਾਈਟ ਤੇ, ਇਹ ਗੱਲ ਯਾਦ ਰੱਖੋ। ਹੋਰ ਬੜੇ ਲਕੂਨੇ ਨੇ। ਪਾਵਰ ਅਟਾਰਨੀ ਦੇਣ ਦੀ ਗੱਲ ਦੱਸਤੀ, ਇਹ ਦੱਸਤੀ। ਇਸ ਤੋਂ ਇਲਾਵਾ ਕਿਸੇ ਨੂੰ ਸਪੈਸ਼ਲ ਪਾਵਰ ਅਟਾਰਨੀ ਦਿੰਦੇ, ਜਿਹਨੂੰ ਜੀਪੀਏ ਜਾਂ ਐਸਪੀਏ ਕਹਿੰਦੇ ਆ। ਐਸਪੀਏ ਦੇਣ ਲੱਗਿਆ ਵੀ ਧਿਆਨ ਰੱਖੋ, ਜੀਪੀਏ ਦੇਣ ਲੱਗਾ ਵੀ ਧਿਆਨ ਰੱਖੋ। ਸ਼ਰਤਾਂ ਦਾ ਕਿਰਾਏਨਾਮਾ ਹੋ ਗਿਆ, ਪਟਾ ਹੋ ਗਿਆ। ਤੇ ਬਾਕੀ ਇੱਕ ਗੱਲ ਕਹੂੰਗਾ, ਇਸ ਕਲਯੁੱਗ 'ਚ ਵਿਸ਼ਵਾਸ ਨਾਂ ਦਾ ਸ਼ਬਦ ਗਲਤ ਹੈ, ਟੋਟਲੀ ਗਲਤ ਹੈ। ਆਪਣੇ ਆਪ ਤੇ ਵੀ ਵਿਸ਼ਵਾਸ ਨਹੀਂ ਕਰਨਾ। ਜ਼ਮੀਨ ਜਾਇਦਾਦ ਤੇ ਪੈਸਾ, ਇਹ ਬੜਿਆਂ ਦਾ ਦਿਮਾਗ ਖਰਾਬ ਕਰਦਾ ਹੈ। ਕਾਰਨ ਹੈ ਕਿ ਇੱਥੋਂ ਵਾਲੇ ਭਰਾ ਸੋਚਦੇ ਲੈ ਤੇ ਉਹਦੇ ਡਾਲਰ ਕਮਾਉਂਦੇ ਆ। ਮੈਂ ਆਪਣੇ ਕਲਾਇੰਟ ਦੀ ਗੱਲ ਸੁਣਾਉਣਾ, ਕਹਿੰਦੇ ਜਦੋਂ ਮੈਂ ਨਵਾਂ ਗਿਆ ਤੇ 2 ਨੰਬਰ 'ਚ ਹੀ ਕਹਿੰਦੇ ਵੀ ਮਹੀਨਾ ਕੁ ਹੋ ਗਿਆ ਸੀ ਸਾਨੂੰ ਸੜਕਾਂ ਦੇ, ਕਹਿੰਦੇ ਸਟੇਸ਼ਨ ਦੇ ਕੋਲ ਇੱਕ ਟੁੱਟੀ ਕਾਰ 'ਚ ਅਸੀਂ ਸੌਂਦੇ ਸੀ। 7-8 ਦਿਨ ਹੋ ਗਏ ਸੀ ਰੋਟੀ ਖਾਦਿਆਂ, ਪਾਣੀ ਤੇ ਗੁਜ਼ਾਰਾ ਹੋ ਰਿਹਾ ਸੀ। ਕਹਿੰਦੇ ਇੱਕ ਪਿੱਛੋਂ ਅੰਗਰੇਜ਼ ਆਇਆ, ਉਹਨੇ ਉੱਥੇ ਲਾਗੇ ਨਾ ਬ੍ਰੈਡ ਸੁੱਟੀ, ਘਰ ਦੀ ਵੇਸਟ ਬ੍ਰੈਡ, ਜਿਵੇਂ ਅਸੀਂ ਵੀ ਕਦੀ ਉੱਲੀ ਲੱਗੀ ਲਈ ਸੁੱਟ ਜਾਂਦੇ ਆ। ਕਹਿੰਦਾ ਉਹਨੇ ਸਟੇਸ਼ਨ ਲਾਗੇ ਸੁੱਟੀ ਤੇ ਅਸੀਂ ਦੌੜੇ। ਅਸੀਂ 2 ਮੁੰਡੇ ਸੀ, ਕਹਿੰਦੇ ਅਸੀਂ ਦੌੜੇ ਬ੍ਰੈਡ ਵੱਲ ਨੂੰ, ਪਰਲੇ ਪਾਸਿਓਂ ਕੁੱਤਾ ਦੌੜਿਆ ਉਸੇ ਬ੍ਰੈਡ ਲਈ। ਕਹਿੰਦੇ ਕੁੱਤਾ ਕਾਮਯਾਬ ਹੋ ਗਿਆ, ਪਰ ਅੱਗੋਂ ਗੱਲ ਤੁਹਾਨੂੰ ਸੁਣ ਕੇ ਰੋਣਾ ਆਊਗਾ। ਕਹਿੰਦੇ ਕੁੱਤਾ ਕਾਮਯਾਬ ਹੋ ਗਿਆ, ਪਰ ਅਸੀਂ ਆਖਰੀ ਗਰਾਈ ਤੱਕ ਵੇਟ ਕਰਦੇ ਰਹੇ, ਸ਼ਾਇਦ 2 ਗਰਾਈਆਂ ਹੀ ਛੱਡ ਦੇਵੇ, ਉਹਦਾ ਢਿੱਡ ਭਰ ਜੇ ਤੇ ਮੈਂ ਉਹ ਗਰਾਈਆਂ ਖਾ ਲਾਂ। ਇਹੋ ਜਿਹਾ ਕੰਮ ਕਰਕੇ ਸਾਡੇ NRI ਭੈਣ ਭਰਾ ਭਲੇ ਜ਼ਮਾਨਿਆਂ 'ਚ ਬਾਹਰ ਗਏ ਨੇ, ਪੈਸਾ ਭੇਜਿਆ, ਤੁਹਾਡਾ ਰੁਤਬਾ ਉੱਚਾ ਗਿਆ। ਮੇਰੇ ਕੋਲ ਇੱਕ ਪਰਿਵਾਰ ਹੈ ਜਿਹੜਾ ਜਿਨ੍ਹਾਂ ਦਾ ਦਾਦਾ ਛਾਣਬੁਰਾ ਵੇਚਦਾ ਸੀ, ਇੱਥੋਂ ਦਾ ਹੀ ਚੰਡੀਗੜ੍ਹ ਦੇ ਲਾਗੇ ਪਿੰਡ ਹੈ ਸਲਾਮਤਪੁਰ। ਛਾਣਬੁਰਾ ਵੇਚਦਾ ਸੀ, ਕਹਿੰਦੇ ਸਾਡਾ ਦਾਦਾ ਛਾਣਬੁਰਾ ਵੇਚਦਾ ਸੀ। ਕਹਿੰਦੇ ਮੈਨੂੰ ਤਰਸ ਆਇਆ, 5 ਭਰਾ ਸੀ, ਜਿਹਦੇ ਵਿੱਚੋਂ 3 ਨੇ ਵਿਆਹ ਹੀ ਨਹੀਂ ਸੀ ਕਰਾਇਆ, 2 ਨੇ ਵਿਆਹ ਕਰਾਇਆ ਸੀ, ਤੇ ਉਹਨਾਂ ਨਾਲ ਵੀ ਠੱਗੀ ਵੱਜ ਗਈ। ਉਹ ਕਹਿੰਦੇ ਵੀ ਅੱਜ ਅਸੀਂ ਪਛਤਾਉਂਦੇ ਹਾਂ ਕਿ ਜੇ ਅਸੀਂ ਮਲੇਸ਼ੀਆ 'ਚ ਹੈਗੇ ਸੀ, ਅਸੀਂ ਆਪਣੀ ਜ਼ਮੀਨ ਉੱਥੇ ਲਈ ਹੁੰਦੀ ਤੇ ਅੱਜ ਅਸੀਂ ਅਰਬਪਤੀ ਹੋਣਾ ਸੀ। ਔਰ ਉਸ ਪਰਿਵਾਰ ਦੀਆਂ 8 ਕੁੜੀਆਂ, ਜਿਹਦੇ 'ਚੋਂ 3 ਕੁੜੀਆਂ ਵਿਚਾਰੀਆਂ ਬੈੱਡ ਰੀਡਨ, ਔਰ 2 ਦਾ ਹੀ ਵਿਆਹ ਹੋਇਆ, ਬਾਕੀਆਂ ਦਾ ਵਿਆਹ ਵੀ ਨਹੀਂ ਹੋ ਸਕਿਆ ਡਿਊ ਟੂ ਪੈਸਾ ਨਹੀਂ ਹੈਗਾ, ਡਿਊ ਟੂ ਕਈ ਸਾਰੇ ਰੀਜ਼ਨ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ NRI ਵਿਚਾਰਿਆਂ ਨੂੰ ਇਹ ਨਾ ਸੋਚੋ ਕਿ ਉੱਥੇ ਸੋਨੇ ਦੇ ਬਿਸਕੁਟ ਜਮਾਉਂਦੇ ਨੇ। ਉਹ ਸ਼ਾਇਦ ਪੱਥਰ ਵੀ ਨਹੀਂ ਉਹਨਾਂ ਨੂੰ ਖਾਣ ਨੂੰ ਮਿਲਦੇ ਸੀ, ਤੇ ਫਿਰ ਰਾਤ ਦੀ ਰੋਟੀ ਖਾ ਕੇ ਸੌਂਦੇ ਆ। ਥੋੜੇ ਪੈਸਿਆਂ 'ਚ ਪੂਰਾ ਟੱਬਰ ਗੁਜ਼ਾਰਾ ਕਰਦਾ। ਉੱਥੇ ਸਾਰਾ ਟੱਬਰ ਕਮਾ ਲਵੇ ਤਾਂ ਵੀ ਉਹਨੇ ਪੈਸੇ ਨਹੀਂ ਜੁੜਦੇ ਜਿੰਨੇ ਅਸੀਂ ਜੋੜਦੇ। ਨੋ ਡਾਊਟ ਉਹਨਾਂ ਦਾ 1 ਰੁਪਈਆ ਸਾਡੇ 80 ਰੁਪਈਆਂ ਦੇ ਬਰਾਬਰ ਹੋ ਜਾਂਦਾ, ਸਾਨੂੰ ਜ਼ਿਆਦਾ ਲੱਗਣ ਲੱਗ ਪੈਂਦਾ। ਸੋ ਠੱਗੀ ਦਿਮਾਗ ਦੇ ਵੱਟ ਤੇ ਪਈ ਹੈ, ਜਿਹਨੂੰ ਕਹਿੰਦੇ ਨਾ ਨਖਰਾ ਨੱਕ ਤੇ ਹੈ। ਇਸੇ ਤਰ੍ਹਾਂ ਅੱਜ ਦੀ ਤਰੀਕ 'ਚ ਠੱਗੀ ਬੇਈਮਾਨੀ ਨੱਕ ਤੇ ਪਈ ਹੈ। ਮੇਰੇ ਕੋਲ ਇੱਕ ਹੋਰ ਕੇਸ ਆਇਆ, ਵਿਸਾਖਾ ਸਿੰਘ ਵੀਰ ਦਾ ਨਾਂ ਹੈ। ਉਹਦਾ ਕਹਿੰਦਾ ਮੇਰਾ ਫਲਾਣਾ ਭਰਾ ਮੇਰੇ ਵੱਲ ਹੈ। ਮੈਂ ਕਿਹਾ ਚੱਲ ਇੱਕ ਕੰਮ ਕਰ, ਤੈਨੂੰ ਮੈਂ ਟੈਸਟਰ ਦਿੰਦਾ। ਉਹ ਭਰਾ ਨੂੰ ਕਿਹਾ ਕਿ ਮੇਰੇ ਵਕੀਲ ਸਾਹਿਬ ਕੋ ਜਾ, ਸਾਰੇ ਕਾਗਜ਼ ਲੈ ਜਾ, ਉਹ ਚੈੱਕ ਕਰਕੇ ਦੱਸਣਗੇ ਕਿ ਕਾਗਜ਼ਾਂ 'ਚ ਕੋਈ ਕਮੀ ਤੇ ਨਹੀਂ। ਉਹਦੇ ਭਰਾ ਨੇ ਉਹਦਾ ਫੋਨ ਚੁੱਕਣਾ ਬੰਦ ਕਰਤਾ। ਕਹਿੰਦਾ ਮੇਰਾ ਇੱਕ ਭਰਾ ਮੇਰੇ ਤੇ ਕੇਸ ਕਰਿਆ, ਦੂਜੇ ਭਰਾ ਨੂੰ ਮੈਂ ਅਟਾਰਨੀ ਦਿੱਤੀ ਹੈ। ਮੈਂ ਕਿਹਾ ਤੈਨੂੰ ਮੈਂ ਗਰੰਟੀ ਨਾਲ ਕਹਿੰਦਾ, ਉਹ ਭਰਾ ਵੀ ਤੇਰਾ ਉਹਦੇ ਨਾਲ ਰਲਿਆ, ਤੇਰੇ ਨਾਲ ਠੱਗੀ ਵੱਜ ਰਹੀ ਹੈ। USA ਤੋਂ ਸੀ ਮੁੰਡਾ, ਟਰੱਕ ਚਲਾਉਂਦਾ ਸੀ। ਜਿੱਦਣ ਉਹਨੂੰ ਇਹ ਗੱਲ ਪਤਾ ਲੱਗੀ, ਉਦੋਂ ਰੋਇਆ ਮੇਰੇ ਨਾਲ, ਗੱਡੀ ਰੋਕ ਕੇ ਕਹਿੰਦਾ ਭਾਜੀ ਤੁਸੀਂ ਜੋ ਕਿਹਾ ਸੀ ਸੱਚ ਕਿਹਾ ਸੀ। ਮੈਂ ਕਿਹਾ ਵੀਰ ਜੀ ਵਾਲ ਹੀ ਚਲੇ ਕਾਲੇ ਆ, ਚਿੱਟੇ ਨਹੀਂ ਹੋਏ, ਪਰ ਤਜਰਬਾ ਬੜੇ ਬਜ਼ੁਰਗਾਂ ਕੋਲ ਲਿਆ ਮੈਂ। ਮੇਰੇ ਸਾਰੇ ਯਾਰ ਦੋਸਤ, ਮੇਰੇ ਵਕੀਲ ਭਰਾ ਮੇਰੇ ਤੋਂ ਬੜੇ ਵੱਡੀਆਂ ਉਮਰਾਂ ਦੇ ਨੇ, ਜਿਨ੍ਹਾਂ ਕੋਲ ਮੈਂ ਚਾਹ ਦੀ ਟੇਬਲ ਤੇ ਤਜਰਬੇ ਲੈਣਾ, ਚੀਜ਼ਾਂ ਸਿੱਖਦਾ, ਔਰ ਉਹਦੇ ਕਰਕੇ ਮੈਂ ਬੋਲ ਪਾਉਣਾ। ਸੋ ਮੈਂ ਇੱਕੋ ਗੱਲ ਕਹੂੰਗਾ ਮੇਰੇ ਵੀਰ ਭੈਣ ਭਰਾ ਨੂੰ, ਕਿਰਾਏ ਤੇ ਵੀ ਜਦੋਂ ਜ਼ਮੀਨ ਦੇਣੀ ਉਹਨਾਂ ਗੱਲਾਂ ਦਾ ਧਿਆਨ ਰੱਖੋ। ਕਿਰਾਏਨਾਮਾ ਬੜੇ ਧਿਆਨ ਨਾਲ ਲਿਖੋ, GPA ਧਿਆਨ ਨਾਲ ਲਿਖੋ, ਸਤਰਕ ਰਹੋ, ਤੇ ਆਪਣੀ ਜ਼ਮੀਨ ਤੇ ਆਪਣੇ ਘਰ ਤੇ ਫੇਰਾ ਮਾਰਦੇ ਰਹੋ। ਜਿਹੜੀ ਵੀ ਜਗ੍ਹਾ ਤੁਸੀਂ ਕਿਰਾਏ ਤੇ ਦੇਣੀ ਹੈ, ਉੱਥੇ ਇੱਕ ਕਮਰਾ ਉਸ ਘਰ ਦੇ ਵਿੱਚੋਂ ਲੰਘ ਕੇ ਤੁਹਾਡੇ ਕੋਲ ਕਬਜ਼ੇ 'ਚ ਹੋਣਾ ਚਾਹੀਦਾ, ਉਹਦੀਆਂ ਫੋਟੋਆਂ ਖਿੱਚੀਆਂ ਹੋਣੀਆਂ ਚਾਹੀਦੀਆਂ, ਤੇ ਲਾਗੇ ਦੇ ਥਾਣੇ ਨੂੰ ਇੰਟੀਮੇਸ਼ਨ ਕਰਨੀ ਹੈ ਕਿ ਆਹ ਕਮਰਾ ਮੇਰੇ ਕਬਜ਼ੇ 'ਚ ਹੈ, ਇਹਨੂੰ ਮੈਂ ਤਾਲਾ ਲਾਇਆ ਹੋਇਆ। ਪੁਲਿਸ ਵੀ ਉਹਦੀ ਇੰਸਪੈਕਸ਼ਨ ਕਰ ਲੇਗੀ। ਕਦੀ ਕੱਲ ਨੂੰ ਤਾਲਾ ਤੋੜ ਕੇ ਅੰਦਰ ਵੜ ਜਾਣਗੇ ਤੇ ਬਾਕੀ ਸਾਰੇ ਧਾਰਾ ਜਿਹੜੀਆਂ ਵੀ ਚੋਰੀ ਦੀਆਂ, ਡਕੈਤੀ ਦੀਆਂ ਬਣਦੀਆਂ, ਉਹ ਜ਼ਰੂਰ ਉਹਨਾਂ ਦੇ ਪੈਣਗੀਆਂ। ਜਿੰਨੀ ਸਖਤੀ ਰੱਖੋਗੇ ਤੁਹਾਡੀ ਪ੍ਰਾਪਰਟੀ ਬਚੀ ਰਹੂਗੀ। ਵਿਸ਼ਵਾਸ ਕਰ ਲਿਆ ਤੇ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਪੁਸ਼ਤ, ਤੁਸੀਂ ਤਾਂ ਫਿਰ ਜ਼ੋਰ-ਜ਼ਾਰ ਲਾ ਕੇ ਵਕੀਲ ਸਾਹਿਬ ਨੂੰ ਪੈਸੇ ਭੇਜ ਦੋਗੇ, ਤੁਹਾਡੇ ਬੱਚਿਆਂ ਨੇ ਕਹਿਣਾ ਛੱਡੋ ਪਰਾਂ ਆਪਾਂ ਨਵਾਂ ਕੰਮ ਕਰੀਏ, ਤਾਂ ਜਾਂ ਤਾਂ ਵੈਸੇ ਗਿਫਟ ਕਰ ਜਾਓ ਤਾਂ ਚੰਗੇ ਰਹੋਗੇ। ਬਹੁਤ ਬਹੁਤ ਸ਼ੁਕਰੀਆ ਭੈਣ ਭਰਾਵਾਂ ਨੂੰ। ਲੀਗਲ ਅਪਡੇਟਸ ਲਈ ਮੇਰਾ ਆਪਣਾ ਵੀ YouTube ਚੈਨਲ ਹੈ, ਸੁਨੀਲ ਮੱਲਨ ਦੇ ਨਾਂ ਤੋਂ ਹੀ। YouTube ਤੇ ਜਾਇਓ, ਸੁਨੀਲ ਮੱਲਨ ਲਿਖਿਓ, Google ਤੇ ਜਾਇਓ, ਲਿਖ ਲਿਓ, ਮੈਂ ਲੱਭ ਜਾਂਦਾ।
ਸੋ ਧੰਨਵਾਦ ਮੇਰੇ ਭੈਣ ਭਰਾਓ, ਜਲਦੀ ਆ ਰਿਹਾ ਮੈਂ ਕੈਨੇਡਾ, ਅਮਰੀਕਾ ਤੇ ਯੂਰਪ 'ਚ। ਧੰਨਵਾਦ ਸਾਰਿਆਂ ਦਾ। ਮਤਲਬ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਏਡੀ ਬਰੀਫਲੀ ਜਿਹੜੀ ਜਾਣਕਾਰੀ ਦਿੱਤੀ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਇਸ ਸਾਡੇ ਨਾਲ ਸੁਨੀਲ ਕੌਰ ਮੱਲਨ, ਕਿਉਂਕਿ ਸੀਨੀਅਰ ਵਕੀਲ ਹੈਗੇ ਨੇ ਤੇ ਹਮੇਸ਼ਾ ਅਜਿਹੇ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਵੀ ਕਰਦੇ ਰਹਿੰਦੇ ਨੇ। ਉਹਨਾਂ ਨੇ ਜੋ ਗੱਲ ਕਹੀ ਹੈ ਇਹ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਜੇਕਰ ਅਸੀਂ ਕੋਠੀਆਂ ਕਿਰਾਏ ਤੇ ਦੇ ਰਹੇ ਹਾਂ ਜਾਂ ਅਸੀਂ ਬਾਹਰ ਬੈਠੇ ਹਾਂ, ਚਾਹੇ ਅਸੀਂ ਪੰਜਾਬ ਤੋਂ ਬਾਹਰ ਬੈਠੇ, ਚਾਹੇ ਬਾਹਰ ਕੰਮ ਕਰ ਰਹੇ ਹਾਂ, ਦਿੱਲੀ ਜਾਂ ਕਿਤੇ ਵੀ ਅਸੀਂ ਬੈਠੇ ਹਾਂ, ਜ਼ਮੀਨਾਂ ਜਦੋਂ ਅਸੀਂ ਲੀਜ਼ ਤੇ ਦਿੰਦੇ ਹਾਂ, ਠੇਕੇ ਦਿੰਦੇ ਹਾਂ, ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਤੁਹਾਨੂੰ ਪਏਗਾ। ਕੈਮਰਾ ਪਰਸਨ ਮੋਹਨ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ।